ਧੰਨ ਵਾਹਿਗੁਰੂ ਜੀਓ। ਗੌੜੀ ਬੈਰਾਗਣ ਤੇ ਪਦੇ, ਉਲਟਤ ਪਵਨ ਚੱਕਰ ਖਟ ਭੇਦੇ। ਸੁਰਤ ਸੁਨ ਅਨਰਾਗੀ, ਆਵੈ ਨਾ ਜਾਇ ਮਰੈ ਨਾ ਜੀਵੈ। ਤਾਸ ਖੋਜ ਬੈਰਾਗੀ, ਮੇਰੇ ਮਨ ਹੀ ਉਲਟ ਸਮਾਨਾ। ਗੁਰ ਪ੍ਰਸਾਦ ਅਕਲ ਭਈ ਅਵਰੈ, ਨਾਤਰ ਥਾ ਬੇਗਾਨਾ ਰਹਾ। ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ। ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਈ ਵਿਵੇਕੀ। ਕਹੋ ਕਬੀਰ ਜਿਨ ਦੀਆ ਪਲੀਤਾ, ਤੈਨੋ ਤੈਸੀ ਝਲ ਦੇਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦਿਆਂ ਹੋਇਆਂ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਯਤਨ ਕਰਦੇ ਹਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਵਿਚਾਰਨ ਦਾ ਯਤਨ ਕਰਦੇ ਹਾਂ, ਤਾਂ ਕਿ ਆਪਣੀ ਮਤ ਬੁੱਧ ਅਤੇ ਸਮਰੱਥਾ ਮੁਤਾਬਕ ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਆਪਾਂ ਵਿਚਾਰਦਿਆਂ ਹੋਇਆਂ ਸਤਿਗੁਰਾਂ ਦੇ ਉਪਦੇਸ਼ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੀਏ। ਸੋ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 333 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਉੱਪਰ ਸਿਰਲੇਖ ਹੈ ਗੌੜੀ ਬੈਰਾਗਣ ਤੇ ਪਦੇ। ਗੌੜੀ ਰਾਗ ਵਿੱਚ ਬੈਰਾਗਣ ਗੌੜੀ ਦੀ ਕਿਸਮ ਹੈ। ਤੇ ਪਦੇ ਤੋਂ ਭਾਵ ਹੈ ਤਿੰਨ ਪਦਿਆਂ ਵਾਲੇ ਸ਼ਬਦ। ਤੇ ਪਦੇ ਦੇ ਪੈਰ ਵਿਚਕਾਰ ਬੜਾ ਸੂਖਮ ਜਿਹਾ ਛੋਟਾ ਜਿਹਾ ਹਿੰਦਸਾ 3 ਦਰਜ ਹੈ। ਇਸ ਦਾ ਭਾਵ ਹੈ 3 ਪਦਿਆਂ ਵਾਲੇ 3 ਸ਼ਬਦ ਹਨ। ਇਸ ਨੂੰ ਤੇ ਪਦੇ 3 ਇਸ ਤਰ੍ਹਾਂ ਵੀ ਉਚਾਰਨ ਕੀਤਾ ਜਾਂਦਾ ਹੈ। ਇਸ ਦਾ ਭਾਵ ਹੈ ਤੀਜੇ ਘਰ ਵਿੱਚ ਗਾਇਆ ਜਾਣ ਵਾਲਾ। ਸੁਰ ਅਤੇ ਤਾਲ ਨਾਲ ਸੰਬੰਧਿਤ ਇਸ ਨੂੰ ਤੀਜੇ ਘਰ ਵਿੱਚ ਗਾਇਆ ਜਾਣਾ ਹੈ। ਸੋ ਸ਼ਬਦ ਦਾ ਸਮੁੱਚਾ ਜੋ
ਪਾਠ ਹੈ ਆਪ ਜੀ ਨੇ ਸਰਵਣ ਕੀਤਾ ਹੈ। ਭਗਤ ਕਬੀਰ ਜੀ ਮਹਾਰਾਜ ਨੇ ਉਦਾਹਰਣ ਜਿਹੜੀ ਹੈ ਉਹ ਜੋਗ ਮਤ ਦੀ ਦਿੰਦਿਆਂ ਹੋਇਆਂ ਕੁਝ ਉਹ ਜਿਹੀ ਸ਼ਬਦਾਵਲੀ ਜੋ ਜੋਗੀਆਂ ਵਿੱਚ ਪ੍ਰਚਲਿਤ ਹੈ ਅਤੇ ਆਪਣੇ ਮਤ ਦਾ, ਆਪਣੇ ਵਿਚਾਰ ਦਾ ਪ੍ਰਸਾਰ ਪ੍ਰਚਾਰ ਕਰਦਿਆਂ ਜੋ ਉਹ ਸ਼ਬਦਾਵਲੀ ਵਰਤਦੇ ਨੇ, ਕੁਝ ਉਹ ਜਿਹੀ ਸ਼ਬਦਾਵਲੀ ਦੇ ਵਿੱਚ ਭਗਤ ਜੀ ਨੇ ਆਪਣਾ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਰਹਾਉ ਦਾ ਬੰਧ ਹੈ, ਮੇਰੇ ਮਨ ਹੀ ਉਲਟ ਸਮਾਨਾ। ਹੇ ਮੇਰੇ ਮਨ, ਆਪਣੇ ਵਜੂਦ ਦੇ ਉਲਟ ਖਲੋ ਕੇ ਹੀ ਤੂੰ ਵਾਹਿਗੁਰੂ ਦੇ ਵਿੱਚ ਸਮਾ ਸਕਦਾ ਹੈ। ਬੜਾ ਅਹਿਮ, ਬੜਾ ਕੀਮਤੀ ਵਿਚਾਰ ਇਸ ਪੰਕਤੀ ਦੇ ਵਿੱਚ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ। ਮਨੁੱਖ ਬਾਹਰੀ ਤੌਰ ਤੇ ਕਿਸੇ ਦੇ ਬਰਖਿਲਾਫ ਜਾਂ ਉਲਟ ਤਾਂ ਖਲੋ ਸਕਦਾ ਹੈ, ਪਰ ਆਪਣੇ ਖੁਦ ਦੇ ਵਜੂਦ ਦੇ ਬਰਖਿਲਾਫ ਖਲੋਣਾ ਬੜੀ ਵੱਡੀ ਕਰੜੀ ਘਾਲਣਾ ਹੈ। ਖਾਸ ਤੌਰ ਤੇ ਆਪਣੇ ਅੰਦਰ ਦੇ ਬੁਰਾਈ ਦੇ ਮਾਦੇ ਦੇ ਖਿਲਾਫ ਜੂਝਣਾ। ਇੱਕ ਝਗੜਾ ਹੈ ਜੋ ਵਿਚਾਰਾਂ ਦਾ ਇਖਤਲਾਫ, ਵਿਚਾਰਾਂ ਦੀ ਭਿੰਨਤਾ ਕਰਕੇ, ਸੁਭਾਅ ਦੀ ਭਿੰਨਤਾ ਕਰਕੇ ਅਸੀਂ ਬਾਹਰ ਕਰਦੇ ਹਾਂ ਕਿਸੇ ਦੂਜੇ ਨਾਲ। ਇੱਕ ਝਗੜਾ ਹੈ ਜਿਹੜਾ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਝਗੜਾ, ਕਲੇਸ਼, ਲੜਾਈ, ਵਖਰੇਵਾਂ ਉੱਥੇ ਹੁੰਦਾ ਹੈ ਜਿੱਥੇ ਦੋ ਆਪਾ ਵਿਰੋਧੀ ਚੀਜ਼ਾਂ ਹੋਣਗੀਆਂ। ਕਿ ਸਾਡੇ ਅੰਦਰ ਵੀ ਕੁਝ ਆਪਾ ਵਿਰੋਧੀ ਹੈ ਜਿਹੜਾ ਇੱਕ ਦੂਜੇ ਦੇ ਬਰਖਿਲਾਫ ਖਲੋ ਜਾਂਦਾ ਹੈ ਤੇ ਸਾਡੇ ਮਨ ਵਿੱਚ ਇੱਕ ਝਗੜਾ ਚੱਲਦਾ ਹੈ? ਬਿਲਕੁਲ ਹੁੰਦੀਆਂ। ਇੱਕ ਪਾਸੇ ਸਾਡਾ ਮਨ ਜੋ ਗਿਆਨ ਇੰਦਰੀਆਂ ਦੇ ਪ੍ਰਭਾਵ ਥੱਲੇ ਮੰਦੀਆਂ ਵਾਸ਼ਨਾਵਾਂ ਵੱਲ ਦੌੜਦਾ ਹੈ, ਕਈ ਕਿਸਮ ਦੀ ਬੁਰਾਈ ਤੇ ਕਈ ਕਿਸਮ ਦੀ ਐਸੀ ਮੰਦੀ ਵਾਸ਼ਨਾ ਜਿਹੜੀ ਹੈ ਉਹ ਸਾਡੇ ਅੰਦਰ ਟਿਕੀ ਹੁੰਦੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਮਨ ਬੁਰੇ ਰਾਹ ਦੇ ਉੱਤੇ ਤੁਰਦਾ ਹੈ, ਮਨ ਮਚਲਦਾ ਹੈ, ਮਨ ਤਾਂਕਦਾ ਹੈ ਕਿਸੇ ਵਕਾਰ, ਕਿਸੇ ਗਲਤ ਰਾਹ ਤੇ ਤੁਰਨ ਨੂੰ, ਕੁਰਾਏ ਪੈਣ ਨੂੰ, ਮੰਦਾ ਅਮਲ ਕਮਾਉਣ ਨੂੰ, ਸੰਸਾਰੀ ਜੀਵਾਂ ਦਾ ਬੁਰਾ ਕਰਨ ਨੂੰ। ਤੇ ਇੱਕ ਪਾਸੇ ਸਾਡੇ ਅੰਦਰ ਇੱਕ ਵਿਵੇਕ ਦੀ ਕਣੀ ਵੀ ਹੁੰਦੀ ਹੈ। ਉਸ ਨੂੰ ਮਹਾਰਾਜ ਨੇ ਕਿਹਾ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਵਿਵੇਕੋ। ਵਿਵੇਕ ਸਾਡੇ ਅੰਦਰ ਉਹ ਕੁਦਰਤ ਦੀ ਦਿੱਤੀ ਹੋਈ ਸ਼ਕਤੀ ਹੈ ਜਿਹੜੀ ਸਾਡੇ ਅੰਦਰੋਂ ਹੀ ਸਾਨੂੰ ਆਵਾਜ਼ ਦਿੰਦੀ ਹੈ ਕਿ ਗਲਤ ਹੈ। ਜਦੋਂ ਵੀ ਮਨ ਬੁਰੇ ਪਾਸੇ ਔਲਦਾ ਤੇ ਤਾਂਘਦਾ, ਉਦੋਂ ਸਾਡੇ ਅੰਦਰ ਉਹਦੇ ਬਰਾਬਰ ਇੱਕ ਧਿਰ ਖੜੀ ਹੋ ਜਾਂਦੀ ਹੈ। ਸਾਡੇ ਅੰਦਰ ਦੀ ਇੱਕ ਆਵਾਜ਼ ਹੁੰਦੀ ਜੋ ਸ਼ੁੱਧ ਚੇਤਨ ਆਤਮਾ ਚੋਂ ਨਿਕਲਦੀ ਹੈ ਵੀ ਨਹੀਂ, ਪਾਪ ਹੈ, ਗੁਨਾਹ ਹੈ, ਬੁਰਾਈ ਹੈ, ਫਿਤਨਾ ਹੈ, ਇਹ ਸੰਸਾਰ ਦੇ ਜੀਵਾਂ ਦੇ ਵਿਰੋਧ ਵਿੱਚ ਹੈ, ਇਹ ਗਲਤ ਹੈ, ਇਹ ਗੁਨਾਹ ਅਮਲ ਹੈ। ਉਹਨਾਂ ਚੀਜ਼ਾਂ ਵਿੱਚ ਆਪਸੀ ਕਸ਼ਮਕਸ਼ ਚੱਲਦੀ। ਜਿਹੜੀ ਧਿਰ ਕਮਜ਼ੋਰ ਹੋਈ ਉਸਨੇ ਢਹਿ ਜਾਣਾ ਤੇ ਦੂਜੀ ਨੇ ਜਿੱਤ ਜਾਣਾ। ਜਿਹੜੀ ਧਿਰ ਕਮਜ਼ੋਰ ਹੋਈ ਉਸਨੇ ਢਹਿ ਜਾਣਾ, ਜਿਹੜੀ ਤਕੜੀ ਹੋਈ, ਪਾਵਰਫੁੱਲ ਹੋਈ, ਉਹਨੇ ਜਿੱਤ ਜਾਣਾ। ਜੇ ਸਾਡੇ ਅੰਦਰ ਚੰਗੇ ਸੰਸਕਾਰ ਹਨ, ਬਾਹਰ ਚੰਗੀ ਸਿੱਖਿਆ ਅਸੀਂ ਗ੍ਰਹਿਣ ਕਰਦੇ ਹਾਂ, ਚੰਗੇ ਇਨਵਾਇਰਮੈਂਟ ਵਿੱਚ ਰਹਿੰਦੇ ਹਾਂ, ਚੰਗੀ ਸੋਭਤ ਮਾਣਦੇ ਹਾਂ, ਤਾਂ ਸਾਡੇ ਅੰਦਰ ਦੀ ਬੁਰਾਈ ਦਾ ਭਾਵ ਜਿਹੜਾ ਹੈ ਉਹ ਕੱਜਿਆ ਰਹਿੰਦਾ ਹੈ, ਢੱਠਾ ਰਹਿੰਦਾ ਹੈ, ਕਮਜ਼ੋਰ ਪਿਆ ਰਹਿੰਦਾ ਹੈ। ਪਰ ਜਦੋਂ ਹੀ ਸਾਡੇ ਅੰਦਰ ਦੀ ਬੁਰਾਈ ਨੂੰ ਬਾਹਰ ਵੀ ਇਨਵਾਇਰਮੈਂਟ ਮਿਲਦਾ ਹੈ, ਮਾਹੌਲ ਮਿਲਦਾ ਹੈ, ਉਹਨੂੰ ਜਗ੍ਹਾ ਮਿਲਦੀ ਹੈ ਬਾਹਰ ਨਿਕਲਣ ਦੀ, ਤਾਂ ਉਹ ਤਟ ਫਟ ਪ੍ਰਗਟ ਹੋ ਜਾਂਦੀ। ਆਪਾਂ ਕਈ ਵਾਰ ਕੋਈ ਜੀਵ ਜਿਹੜਾ ਹੈ ਉਹ ਸਾਡੇ ਤੇ ਹੈਰਾਨ ਹੋਏਗਾ ਵੀ ਇਹ ਇੰਨੇ ਭੈੜੇ ਅਮਲ ਦਾ ਬੰਦਾ ਹੈ, ਇਹਦੇ ਵਿੱਚ ਆਹ ਚੀਜ਼ ਹੈ, ਕਿਉਂਕਿ ਉਹ ਹੈ। ਜਦੋਂ ਉਹਨੇ ਦੇਖੀ ਉਹਨੇ ਤਾਂ ਉਦੋਂ ਹੀ ਪਛਾਣਿਆ, ਪਰ ਉਹ ਪਹਿਲਾਂ ਤਾਂ ਅਸੀਂ ਉਹਨੂੰ ਆਪਣੇ ਅੰਦਰ ਰੱਖਿਆ। ਉਹ ਇੱਕੇ ਵਾਰ ਤੇ ਨਹੀਂ ਆਈ, ਕੁਇਕਲੀ ਤਾਂ ਉਹ ਪੈਦਾ ਨਹੀਂ ਹੋਈ, ਉਹਦੀ ਪ੍ਰੋਡਕਸ਼ਨ ਐਨ ਮੌਕੇ ਤੇ ਨਹੀਂ ਹੋਈ, ਉਹ ਪਹਿਲਾਂ ਸਾਡੇ ਅੰਦਰ ਮੌਜੂਦ ਸੀ।
ਕੋਈ ਜ਼ਾਹਰ ਹੋ ਗਈ, ਉਹਨੂੰ ਸਿਚੁਏਸ਼ਨ ਮਿਲੀ, ਹਾਲਾਤ ਮਿਲਿਆ, ਮਾਹੌਲ ਮਿਲਿਆ, ਤੇ ਉਹ ਅੰਦਰੋਂ ਬਾਹਰ ਨਿਕਲਿਆ। ਜੋ ਜੀ ਹੋਏ ਸੋ ਗਵੈ, ਮੋਹ ਕਾ ਕਹਿਆ ਵਾਓ। ਪਾਤਸ਼ਾਹ ਜੀ ਇਹਨੂੰ ਕਹਿੰਦੇ ਨੇ ਵੀ ਮਨ ਜਦੋਂ ਗੁਰੂ ਪਾਤਸ਼ਾਹ ਜੀ ਦੇ ਪ੍ਰਭਾਵ, ਗੁਰੂ ਦੀ ਸਿੱਖਿਆ, ਵਾਹਿਗੁਰੂ ਦੀ ਇਬਾਦਤ ਤੇ ਨਾਮ ਦੇ ਅਸਰ ਰੰਗ ਥੱਲੇ ਆਉਂਦਾ ਹੈ, ਤਾਂ ਉਹ ਫਿਰ ਆਪਣੇ ਅੰਦਰ ਦੇ ਵਜੂਦ ਵਿੱਚ ਵਸੀ ਹੋਈ ਬੁਰਾਈ ਦੇ ਬਰਖਲਾਫ ਉਲਝਦਾ ਹੈ। ਖੁਦ ਬਖੁਦ ਜੀਵ ਆਪਣੇ ਬਰਖਲਾਫ ਖਲੋਤਾ। ਇਹ ਗਲਤ ਹੈ, ਇਹ ਨਹੀਂ ਹੋਏਗਾ, ਇਹਨੂੰ ਹਾਰਨਾ ਚਾਹੀਦਾ ਹੈ, ਇਹਨੂੰ ਬਾਹਰ ਜਾਣਾ ਚਾਹੀਦਾ ਹੈ। ਜਿਸ ਨੂੰ ਹਜ਼ੂਰ ਨੇ ਬਾਣੀ ਚ ਕਿਹਾ, ਗਿਆਨ ਖੜਗ ਲੈ ਮਨ ਸਿਉ ਲੂਝੈ, ਕਿ ਗੁਰੂ ਉਪਦੇਸ਼ ਦੀ ਖੜਗ ਤਲਵਾਰ ਲੈ ਕੇ ਆਪਣੇ ਮਨ ਨਾਲ ਲੜੇ, ਆਪਣੇ ਅੰਦਰ ਦੇ ਫਿਤਨੇ ਖਿਲਾਫ ਖਲੋਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮੇਰੇ ਮਨ ਹੀ ਉਲਟ, ਜਦੋਂ ਮਨ ਬੁਰਾਈ ਵੱਲੋਂ ਪਰਤ ਜਾਂਦਾ ਹੈ ਤਾਂ ਉਹ ਬੁਰਾਈ ਦੇ ਬਰਖਲਾਫ ਹੋ ਜਾਂਦਾ। ਜਿਹੜਾ ਕੱਲ ਪਾਪੀ ਸੀ, ਅੱਜ ਉਸੇ ਪਾਪ ਦੇ ਬਰਖਲਾਫ ਹੈ। ਜਿਵੇਂ ਬੰਦਾ ਬਾਹਰੀ ਤੌਰ ਤੇ ਵੇਖਣਾ, ਸਮਾਜ 'ਚ ਧੜੇ ਬਣਾਉਂਦਾ ਹੈ, ਜਿੱਥੋਂ ਉਹਦਾ ਹਿੱਤ ਪੂਰਾ ਹੋਵੇ ਪਹਿਲਾਂ ਉਸ ਧੜੇ ਨਾਲ ਹੁੰਦਾ ਹੈ, ਫਿਰ ਜਦੋਂ ਉਸ ਧੜੇ ਨਾਲ ਵਿਗੜ ਜਾਏ, ਦੂਜੇ ਧੜੇ 'ਚ ਚਲਿਆ ਜਾਏ, ਫਿਰ ਉਹ ਦੂਜੇ ਧੜੇ ਦੇ ਜਿਹਦੇ ਨਾਲ ਉਹ ਪਹਿਲੋਂ ਰਿਹਾ ਉਹਦੇ ਬਰਖਲਾਫ। ਬੰਦਿਆਂ ਦੇ ਹਿੱਤ ਬਦਲਦੇ ਰਹਿੰਦੇ, ਉਹਦੇ ਸਵਾਰਥ ਦੇ ਮੁਤਾਬਕ ਉਹਦੀਆਂ ਭਿਆਲੀਆਂ ਬਦਲਦੀਆਂ ਰਹਿੰਦੀਆਂ। ਠੀਕ ਇਸੇ ਤਰ੍ਹਾਂ ਮਨ ਜਿਹੜਾ ਹੈ, ਮਨ ਜਦੋਂ ਬੁਰਾਈ ਵਿੱਚ ਮੁਬਤਲਾ ਸੀ, ਜਦੋਂ ਉਹਦੇ ਚੋਂ ਸਵਾਦ ਤੇ ਆਨੰਦ ਲੈ ਰਿਹਾ ਸੀ, ਉਹਨੂੰ ਲੱਗਦਾ ਸੀ ਇਹੀ ਦੁਨੀਆ, ਇਹੀ ਜੀਵਨ। ਪਰ ਜਦੋਂ ਗੁਰੂ ਸ਼ਬਦ ਦਾ ਪ੍ਰਭਾਵ ਉਸਨੇ ਕਬੂਲ ਕੀਤਾ, ਗੁਰੂ ਦੀ ਮੱਤ ਗ੍ਰਹਿਣ ਕੀਤੀ, ਉਹਨੇ ਚੰਗਿਆਈ ਦਾ ਸਵਾਦ ਵੇਖਿਆ, ਤਾਂ ਉਸ ਨੂੰ ਲੱਗਿਆ ਨਹੀਂ, ਮੈਂ ਹੁਣ ਤੱਕ ਜ਼ਹਿਰ ਨੂੰ ਅੰਮ੍ਰਿਤ ਸਮਝਣ ਦਾ ਭੁਲੇਖਾ ਖਾਧਾ, ਮੈਂ ਹੁਣ ਤੱਕ ਪੜਤਨ ਢੋਈ ਹੈ, ਹੁਣ ਤੱਕ ਹਨੇਰਾ ਢੋਇਆ ਹੈ, ਅਸਲ ਜੀਵਨ ਤੇ ਇਹ ਹੈ। ਮੈਂ ਖਬਰ ਵੇਖ ਰਿਹਾ ਸਾਂ, ਕਿਸੇ ਨੇ ਉਹ ਸਟੋਰੀ ਜਿਹੜੀ ਉਹ ਲਿਖੀ ਹੈ, ਉਹ ਕਹਿੰਦੇ ਵੀ ਇੱਕ ਮਨੁੱਖ ਦੀ ਨਜ਼ਰ ਵਿੱਚ ਨੈਚੁਰਲੀ, ਕੁਦਰਤੀ ਤੌਰ ਤੇ ਨਾ, ਉਹਨੂੰ ਚਿੱਟਾ ਕਾਲਾ ਜਾਨੇ ਕਿ ਦੋ ਰੰਗਾ ਹੀ ਵਿਖਾਈ ਦਿੰਦਾ। ਉਹਦੀ ਦ੍ਰਿਸ਼ਟੀ ਜਿਹੜੀ ਅੱਖਾਂ ਦੇ ਵਿੱਚ ਪ੍ਰੋਬਲਮ ਹੈ, ਤੇ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਵਿਖਾਈ ਨਹੀਂ ਦਿੰਦਾ ਵੀ ਜਿਹੜਾ ਕਲਰਫੁੱਲ, ਜਿਸ ਤਰ੍ਹਾਂ ਅਸੀਂ ਵੇਖਦੇ ਵੱਖਰੇ ਵੱਖਰੇ ਰੰਗ ਸਾਨੂੰ ਅੱਖ ਨਾਲ ਦੀਦੇ ਨੇ, ਹਰਾ ਹੈ, ਨੀਲਾ ਹੈ, ਕਾਲਾ ਹੈ, ਪੀਲਾ ਹੈ, ਹਰ ਤਰ੍ਹਾਂ ਦੇ ਰੰਗ ਅਸੀਂ ਦੇਖ ਸਾਡੀ ਅੱਖ ਵਿੱਚ। ਵੇਖੋ ਕੁਦਰਤ ਨੇ ਕਿਹੋ ਜਿਹੀ ਦਾਤ ਸਾਨੂੰ ਬਖਸ਼ੀ ਹੈ। ਉਹਨੂੰ ਨਹੀਂ ਦੀਦਾ, ਉਹਨੂੰ ਫਿੱਕਾ ਦੀਦਾ, ਕਾਲਾ ਚਿੱਟਾ ਦੀਦਾ। ਉਹਨੂੰ ਉਹਦੇ 66 ਸਾਲ ਦੀ ਕਹਿੰਦੇ ਉਹਦੀ ਉਮਰ ਹੋ ਗਈ, ਤੇ ਉਸ ਨੂੰ ਇੱਕ ਉਹਨਾਂ ਨੇ ਐਨਕ ਲਿਆ ਕੇ ਦਿੱਤੀ, ਬੜੀ ਮਹਿੰਗੀ। ਜਦੋਂ ਉਹਨੇ ਲਾਈ ਤਾਂ ਇੱਕ ਤਾਂ ਭਾਵੁਕ ਹੋ ਕੇ ਰੋ ਰਿਹਾ, 66 ਸਾਲਾਂ 'ਚ ਮੈਂ ਤਾਂ ਕਦੇ ਰੰਗ ਹੀ ਨਹੀਂ ਵੇਖਿਆ ਚੱਜ ਨਾਲ। ਉਹ ਖੁਸ਼ ਵੀ ਹੋ ਰਿਹਾ ਤੇ ਵਿਰਾਗੀ ਵੀ ਹੋ ਰਿਹਾ। ਵਿਰਾਗ ਉਹਨੂੰ ਇਹ ਹੈ ਵੀ ਕਮਾਲ ਹੈ, ਮੇਰੇ 66 ਸਾਲ ਇੱਦਾਂ ਹੀ ਗੁਜ਼ਰ ਗਏ, ਤੇ ਖੁਸ਼ੀ ਇਹਨੂੰ ਇਹ ਹੈ ਵੀ ਮੈਂ ਅੱਜ ਰੰਗ ਵੇਖ ਸਕਿਆ ਵੱਖਰੇ ਵੱਖਰੇ। ਉਹਦਾ ਆਪਣਾ ਵਜੂਦ ਜਿਹੜਾ, ਆਪਣਾ ਮਨ ਜਿਹੜਾ ਹੈ, ਹੁਣ ਜੋ ਵੇਖ ਰਿਹਾ 66 ਸਾਲ ਜੋ ਉਹਨੇ ਨਹੀਂ ਵੇਖਿਆ, ਜੋ ਹੁਣ ਉਹ ਵੇਖ ਰਿਹਾ, ਉਹਦੀ ਝਾਲ ਨਹੀਂ ਚੱਲ ਪਾ ਰਿਹਾ। ਉਹ ਬੜਾ ਉਤਸੁਕ ਹੈ, ਆਸੇ ਪਾਸੇ ਵੇਖਦਾ ਹੈ, ਆਪਣੇ ਕੱਪੜਿਆਂ ਵੱਲ ਵੇਖਦਾ ਹੈ। ਇਸ ਤਰ੍ਹਾਂ ਕਰਕੇ ਉਸ ਲੇਖਣੀ ਵਾਲੇ ਦਾ ਉਹਨੇ ਹਵਾਲਾ ਦੇ ਕੇ ਗੱਲ ਜਿਹੜੀ ਕਹੀ, ਉਹਨੇ ਇਹ ਕਿਹਾ ਕਿ ਅਸੀਂ ਸਾਰੇ ਹੀ ਜਿੰਨਾ ਚਿਰ ਬੁਰਾਈ ਵਿੱਚ ਮੁਬਤਲਾ ਹੁੰਦੇ ਹਾਂ, ਗ੍ਰਸਤ ਹੁੰਦੇ ਹਾਂ, ਸਾਨੂੰ ਕਾਲਾ ਚਿੱਟਾ ਹੀ ਦੀਦਾ। ਇਹ ਦੋ ਹੀ ਰੰਗ ਹੈ, ਇਹ ਰੰਗ ਹੈ ਤੇ ਇਹਦਾ ਸਕੂਨ ਹੈ, ਬਸ। ਇਹ ਬੁਰਾਈ ਹੈ ਤੇ ਬੁਰਾਈ ਦਾ ਸਕੂਨ ਹੈ, ਇਹ ਫਿਤਨਾ ਹੈ ਤੇ ਫਿਤਨੇ 'ਚ ਰਸ ਹੈ। ਸਾਨੂੰ ਉਹ ਮੰਦੀ ਵਾਸ਼ਨਾ ਤੇ ਮੰਦੀ ਵਾਸ਼ਨਾ ਦਾ ਰਸ, ਉਹ ਦੋ ਚੀਜ਼ਾਂ ਹੀ ਦੀਦੀਆਂ ਨੇ। ਗੁਰੂ ਮਹਾਰਾਜ ਜਦੋਂ ਸਾਨੂੰ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾ, ਜਦੋਂ ਸੋਝੀ ਬਖਸ਼ਦੇ ਨੇ, ਸਾਨੂੰ ਦ੍ਰਿਸ਼ਟੀ ਦਿੰਦੇ ਨੇ, ਸਾਡੀ ਸੁਰਤੀ ਦੀ ਅੱਖ ਜਦੋਂ ਖੁੱਲ੍ਹਦੀ ਹੈ, ਨੀਂਦ ਵਿੱਚੋਂ ਜਾਗਦੀ ਹੈ,
ਜਦੋਂ ਸਾਡਾ ਗਿਆਨਤਾ ਦਾ ਅੰਨਾਪਨ ਤੇ ਹਨੇਰਾਪਨ ਦੂਰ ਹੁੰਦਾ ਹੈ, ਫਿਰ ਸਾਨੂੰ ਜਦੋਂ ਰੰਗ ਦੀਦੇ ਨਾ ਕੁਦਰਤ ਦੇ, ਫਿਰ ਸਾਨੂੰ ਜਦੋਂ ਇਹ ਚੀਜ਼ ਦਿਸਦੀ ਹੈ ਵੀ ਨਹੀਂ, ਇਹ ਤਾਂ ਬਹੁਤ ਹੋਛਾ ਰਸ ਸੀ ਜਿਹੜਾ ਮੈਂ ਮਾਣਿਆ, ਬੜੀ ਹੋਛੀ ਖੁਸ਼ੀ ਸੀ ਜਿਹੜੀ ਮੈਂ ਮਾਣੀ ਹੈ, ਇਹ ਤਾਂ ਬਹੁਤ ਪਰਮਾਨੰਦ ਦੀ ਵੀ ਅਵਸਥਾ ਹੈ, ਬਹੁਤ ਉੱਚਾ ਸਕੂਨ ਵੀ ਹੈ, ਬਹੁਤ ਉੱਚੀ ਖੁਸ਼ੀ ਵੀ ਹੈ। ਉਦੋਂ ਪੱਧਰ ਨੀਵਾਂ ਸੀ, ਇਸ ਕਰਕੇ ਉਹ ਚੀਜ਼ਾਂ ਹੀ ਵੱਡੀਆਂ ਲੱਗਦੀਆਂ ਸਨ। ਜਦੋਂ ਪੱਧਰ ਉੱਚਾ ਹੋ ਗਿਆ ਸੁਰਤ ਦਾ, ਤੇ ਹੁਣ ਸਮਝ ਆਈ ਵੀ ਨਹੀਂ, ਇਹ ਤਾਂ ਕੱਖ ਵੀ ਨਹੀਂ। ਗਰੀਬ ਨਵਾਜ਼ ਕਹਿੰਦੇ ਨੇ, ਜਦੋਂ ਸੁਰਤ ਬਦਲ ਜਾਂਦੀ ਹੈ, ਮਨ ਬਦਲ ਜਾਂਦਾ ਹੈ, ਤੇ ਫਿਰ ਉਹ ਆਪਣੇ ਪਹਿਲੇ ਵਾਲੇ ਪਾਪ ਦੇ ਖਿਲਾਫ ਖਲੋ ਜਾਂਦਾ ਹੈ ਵੀ ਨਹੀਂ, ਇਹ ਗਲਤ ਹੈ, ਇਹ ਗੁਨਾਹੇ ਅਮਲ ਹੈ। ਤੇ ਜਦੋਂ ਉਹ ਇਸ ਤਰ੍ਹਾਂ ਦੀ ਅਵਸਥਾ 'ਚ ਪਹੁੰਚ ਜਾਏ, ਤੇ ਅੱਗੇ ਸ਼ਬਦ ਵਰਤਿਆ ਸਮਾਨਾ, ਸਮਝੋ ਵਾਹਿਗੁਰੂ 'ਚ ਭੇਦ ਹੋ ਗਿਆ, ਉਹਦੀ ਵਾਹਿਗੁਰੂ ਵਿੱਚ ਰਸਾਈ ਹੋ, ਉਹਦੀ ਪਰਮੇਸ਼ਰ ਨਾਲ ਭੇਦਤਾ ਹੋ ਗਈ, ਵਾਹਿਗੁਰੂ ਨਾਲ ਜੋੜ ਬਣ ਗਿਆ। ਫਿਰ ਫਰਮਾਉਂਦੇ ਨੇ, ਗੁਰ ਪ੍ਰਸਾਦ ਅਕਲ ਭਈ ਅਵਰੈ। ਪਰ ਇਹ ਕਿਵੇਂ ਸੰਭਵ ਹੋਇਆ? ਕਹਿੰਦੇ ਗੁਰੂ ਦੀ ਮਿਹਰ, ਪ੍ਰਸਾਦ ਦਾ ਅਰਥ ਹੁੰਦਾ ਹੈ ਜੀ ਬਖਸ਼ਿਸ਼। ਗੁਰੂ ਸਰਵੋਤਮ ਹੈ ਗੁਰਮਤਿ ਵਿੱਚ, ਤੇ ਗੁਰੂ ਦੀ ਬਖਸ਼ਿਸ਼ ਉੱਤੇ ਹੀ ਸਾਰਾ ਕੁਝ ਟਿਕਿਆ ਹੋਇਆ। ਨਾ ਸਾਡੀ ਚਤੁਰਾਈ ਤੇ ਟਿਕਿਆ, ਨਾ ਸਾਡੀ ਹੋਛੀ ਮੱਤ ਤੇ ਟਿਕਿਆ, ਨਾ ਸਾਡੀ ਦੌੜ ਭੱਜ ਤੇ ਕਰਮਕਾਂਡ ਤੇ ਟਿਕਿਆ। ਸਾਰਾ ਕੁਝ ਕਿਹੜੀ ਚੀਜ਼, ਦਰੋਮਦਾਰ ਕਾਹਦੇ ਉੱਤੇ ਹੈ? ਇਹ ਸੁੱਚੇ ਜੀਵਨ ਦੀ, ਇਹ ਸਿਖਰ ਦੇ ਜੀਵਨ ਦਾ ਜਿਹੜਾ ਦਰੋਮਦਾਰ ਬੇਸ ਹੈ, ਉਹ ਕੀ ਹੈ? ਬਖਸ਼ਿਸ਼, ਮਿਹਰ, ਕਿਰਪਾ। ਗੁਰੂ ਦੀ ਬਖਸ਼ਿਸ਼ ਦਾ ਜਦੋਂ ਜੀਵ ਪਾਤਰ ਬਣਦਾ ਹੈ, ਗੁਰ ਪ੍ਰਸਾਦ ਅਕਲ ਭਈ ਅਵਰ ਹੈ। ਕਹਿੰਦੇ ਅਕਲ ਹੀ ਹੋਰ ਹੋ ਜਾਂਦੀ ਹੈ ਜੀਵ ਦੀ। ਗੁਰ ਪ੍ਰਸਾਦ ਅਕਲ ਭਈ ਅਵਰ ਹੈ, ਗੁਰੂ ਦੀ ਬਖਸ਼ਿਸ਼ ਨਾਲ ਜੀਵ ਦੀ ਅਕਲ ਹੀ ਬਦਲ ਜਾਂਦੀ, ਹੋਰ ਹੀ ਅਕਲ ਹੋ ਜਾਂਦੀ ਹੈ, ਯਾਨੀ ਕਿ ਮਨੋ ਅਵਸਥਾ ਹੀ ਹੋਰ ਬਣ ਜਾਂਦੀ ਹੈ। ਨਾਤਰ ਥਾ ਬੇਗਾਨਾ, ਨਹੀਂ ਤਾਂ, ਨਾਤਰ ਦਾ ਮਤਲਬ ਨਹੀਂ ਤਾਂ, ਪਹਿਲਾਂ ਤਾਂ ਇਹ ਬੇਗਾਨਾ ਹੀ ਸੀ। ਬੇਗਾਨਾ ਆਪਾਂ ਕਹਿੰਦੇ ਅਗਿਆਨੀ ਨੂੰ, ਬੇਸਮਝ, ਜਿਹਨੂੰ ਅਸੀਂ ਜਾਣਦੇ ਨਹੀਂ, ਉਹਨੂੰ ਅਸੀਂ ਕਹਿੰਦੇ ਜੀ ਇਹ ਤਾਂ ਬੇਗਾਨਾ ਹੈ, ਸਾਨੂੰ ਕੀ ਪਤਾ ਕੌਣ ਹੈ। ਬੇਗਾਨਾ ਸ਼ਬਦ ਦਾ ਮਤਲਬ ਹੈ ਜਿਹਨੂੰ ਅਸੀਂ ਜਾਣਦੇ ਨਹੀਂ, ਜਿਸ ਨਾਲ ਸਾਡੀ ਜਾਣ ਪਹਿਚਾਣ ਹੈ, ਆਪਾਂ ਕਹਿੰਦੇ ਜੀ ਪਤਾ ਨਹੀਂ ਕੌਣ ਹੈ, ਮੈਨੂੰ ਨਹੀਂ ਪਤਾ ਇਸ ਬਾਰੇ, ਉਹ ਬੇਗਾਨਾ ਆਦਮੀ। ਤੇ ਜਿਹਨੂੰ ਅਸੀਂ ਜਾਣਦੇ ਹਾਂ, ਉਹਦੇ ਨਾਲ ਪ੍ਰਤੀ ਸਾਡੀ ਜਾਣਕਾਰੀ ਕਰਕੇ ਸਾਂਝ ਬਣਦੀ ਹੈ, ਆਪਣਤ ਪੈਦਾ ਹੁੰਦੀ, ਤੇ ਅਸੀਂ ਕਹਿੰਦੇ ਨਹੀਂ, ਅਸੀਂ ਇਹਨੂੰ ਜਾਣਦੇ ਹਾਂ ਜੀ, ਇਹ ਬੇਗਾਨਾ ਨਹੀਂ ਹੈ, ਇਹ ਸਾਡਾ ਆਪਣਾ ਹੈ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਤ ਬਦਲਦੀ ਹੈ, ਦੁਰਮਤ ਦੀ ਜਗ੍ਹਾ ਤੇ ਗੁਰੂ ਦੇ ਉਪਦੇਸ਼ ਦੀ ਵਿਵੇਕ ਮਤ ਪ੍ਰਾਪਤ ਹੁੰਦੀ ਹੈ, ਨਾ ਤੁਰਥਾ ਬੇਗਾਨਾ, ਉਦੋਂ ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਤੇ ਉਹਦੀ ਸਮਝ ਪੈਂਦੀ ਹੈ, ਉਹਦੀ ਪਛਾਣ ਆਉਂਦੀ ਹੈ। ਨਹੀਂ ਤਾਂ ਉਹ ਵਾਹਿਗੁਰੂ ਤਾਂ ਸਾਡੇ ਲਈ ਬੇਗਾਨਾ ਹੀ ਸੀ, ਉਹਦੇ ਪ੍ਰਤੀ ਅਸੀਂ ਬੇਸਮਝ ਤੇ ਅਗਿਆਨੀ ਸਾਂ। ਤੁਰਮ ਦੇ ਵਾਕ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ, ਉਲਟਤ ਪਵਨ ਚੱਕਰ ਖੱਟ ਭੇਦੇ। ਉਲਟਤ ਦਾ ਮਤਲਬ ਹੁੰਦਾ ਉਲਟਤ ਪਵਨ, ਜਿਵੇਂ ਆਪਾਂ ਕਹਿੰਦੇ ਨਾ ਕਿਸੇ ਬੰਦੇ ਨੂੰ ਤੇਰੀ ਤੇ ਹਵਾ ਬਦਲ ਗਈ। ਕਿਸੇ ਬੰਦੇ ਪ੍ਰਤੀ ਆਪਾਂ ਜਦੋਂ ਇਹ ਸ਼ਬਦ ਵਰਤਦੇ ਨਾ ਆਪਣੀ ਬੋਲੀ 'ਚ, ਤੇਰੀ ਅੱਜ ਕੱਲ੍ਹ ਹਵਾ ਬਦਲੀ ਹੋਈ ਹੈ, ਉਹਦਾ ਮਤਲਬ ਹੁੰਦਾ ਉਹਦੇ ਵਿਹਾਰ 'ਚ ਪਰਿਵਰਤਨ ਆ ਜਾਣਾ। ਜਦੋਂ ਬੰਦੇ ਦਾ ਤੁਹਾਡੇ ਪ੍ਰਤੀ ਵਿਹਾਰ ਉਹੋ ਜਿਹਾ ਨਾ ਰਵੇ ਜਿਸ ਤਰ੍ਹਾਂ ਦਾ ਪਹਿਲਾਂ ਵਾਲਾ, ਉਹਦੇ 'ਚ ਤਬਦੀਲੀ ਹੋ ਜਾਏ, ਆਪੋਜਿਟ ਹੋ ਜਾਏ ਵਿਹਾਰ ਉਹਦਾ, ਤੇ ਆਪਾਂ ਉਹਨੂੰ ਕਹਿੰਦੇ ਹਾਂ ਤੇਰੀ ਹਵਾ ਬਦਲ ਗਈ। ਇਸੇ ਤਰ੍ਹਾਂ ਮਨ ਦੀ ਹਵਾ ਬਦਲ, ਉਲਟਤ ਪਵਨ, ਮਨ ਦਾ ਵਿਹਾਰ ਬਦਲ ਜਾ, ਮਨ ਦੀ ਸੋਚਣੀ, ਮਨ ਦੇ ਫੁਰਨੇ ਬਦਲ ਜਾ। ਕਹਿੰਦੇ ਸਮਝੋ ਜਦੋਂ ਮਨ ਦੇ ਫੁਰਨੇ ਬਦਲ ਗਏ, ਸਮਝੋ ਤੁਸੀਂ ਚੱਕਰ ਖੱਟ ਭੇਦੇ, 6 ਚੱਕਰ ਵਿੰਨ ਦਿੱਤੇ। ਜੋਗੀ ਮੰਨਦੇ ਨੇ ਵੀ ਸਾਡੇ ਦਿਮਾਗ ਤੋਂ ਲੈ ਕੇ ਤੇ ਅਖੀਰ ਤੱਕ 6 ਚੱਕਰ ਨੇ ਸਰੀਰ ਦੇ। ਸਵਾਸਾਂ ਨੂੰ ਉਹਨਾਂ ਨੇ ਹਰ ਜਗ੍ਹਾ ਦੇ ਉੱਤੇ ਰੋਕਣਾ ਹੁੰਦਾ ਤੇ ਦਸਮ ਦੁਆਰ ਚੜਾਉਣਾ, ਜਿੱਥੇ ਸੁੰਨ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ। ਭਗਤ ਕਬੀਰ ਜੀ ਕਹਿੰਦੇ ਸਾਨੂੰ ਇਸ ਪ੍ਰਾਣਾਯਾਮ ਅਭਿਆਸ ਦੀ ਲੋੜ ਨਹੀਂ, ਮਨ ਦੀ ਅਵਸਥਾ ਦਾ ਬਦਲ ਜਾਣਾ, ਮਨ ਦੇ ਵਿਹਾਰ ਦਾ ਬਦਲ ਜਾਣਾ ਹੀ ਸਾਡੇ ਵਾਸਤੇ 6 ਚੱਕਰ ਵਿੰਨਣ ਦੇ ਬਰਾਬਰ ਹੈ। ਸੁਰਤ ਸੋਨੇ ਅਨਰਾਗੀ, ਤੇ ਜਿਹੜੀ ਸੁਰਤ ਹੈ, ਸੁੰਨ ਮਤਲਬ
ਅਫੁਰ ਅਵਸਥਾ ਨਾਲ ਪਿਆਰ ਕਰਨ ਵਾਲੀ ਅਫੁਰ ਅਵਸਥਾ ਦੀ ਆਸ਼ਕ ਹੋ ਜਾ। ਯਾਨੀ ਕਿ ਸੁਰਤ, ਹੁਣ ਤਾਂ ਸਾਡੇ ਅੰਦਰ ਉਲਝਣਾ ਨੇ, ਕਿਉਂਕਿ ਸੁਭਾਅ ਉਲਝਣ ਦਾ ਹੈ ਤੇ ਉਲਝਣਾ ਨਾਲ ਹੀ ਸਾਡਾ ਪ੍ਰੇਮ ਹੈ, ਤੇ ਉਲਝਣਾਂ ਨੂੰ ਵਧਾਉਣ ਵਿੱਚ ਹੀ ਸਾਡਾ ਇੰਟਰਸਟ ਰਹਿੰਦਾ, ਹਿੱਤ ਰਹਿੰਦਾ। ਪਰ ਜਦੋਂ ਸੁਰਤ, ਮਨ ਦੀ ਅਵਸਥਾ ਜਦੋਂ ਬਦਲ ਜਾਏ ਤੇ ਸੁਰਤ ਜਿਹੜੀ ਹੈ ਵਿਸ਼ੇ ਵਿਕਾਰਾਂ ਦੀ ਭੈੜੀ ਮਨੋ ਅਵਸਥਾ, ਜਿਹੜੇ ਭੈੜੇ ਖਿਆਲ, ਭੈੜੇ ਫੁਰਨੇ ਨੇ, ਉਹਨਾਂ ਤੋਂ ਮੁਕਤ ਹੋਣ ਵਾਲੀ ਅਵਸਥਾ ਨੂੰ ਪਿਆਰ ਕਰਨ ਲੱਗ ਜਾ। ਫਿਰ ਬੰਦੇ ਨੂੰ ਲੱਗਦਾ ਨਹੀਂ, ਇਹ ਕੂੜਾ ਨਿਕਲਿਆ ਹੀ ਚੰਗਾ, ਇਹ ਗੰਦਗੀ ਧੋਤੀ ਗਈ ਤੇ ਠੀਕ, ਚੰਗਾ ਹੀ ਹੋਇਆ ਇਹ ਗੰਦਗੀ ਧੋਤੀ ਗਈ। ਅੰਦਰਾਗੀ ਦਾ ਅਰਥ ਹੈ ਪਿਆਰ ਕਰ। ਆਵੈ ਨਾ ਜਾਏ ਮਰੈ ਨਾ ਜੀਵੈ ਤਾਸ ਖੋਜ ਬੈਰਾਗੀ। ਹੇ ਭਾਈ, ਵੈਰਾਗਵਾਨ ਹੋ ਕੇ, ਵੈਰਾਗੀ ਦਾ ਅਰਥ ਹੈ ਉਪਰਾਮ ਹੋਣਾ, ਬੁਰਾਈ ਤੋਂ, ਮੰਦੀ ਵਾਸ਼ਨਾ ਤੋਂ, ਮਾੜੇ ਫੁਰਨਿਆਂ ਤੋਂ ਉੱਪਰ ਉੱਠ ਕੇ, ਉਹਨਾਂ ਦਾ ਤਿਆਗ ਕਰਕੇ ਉਸ ਨੂੰ ਖੋਜ। ਹੇ ਮੇਰੇ ਮਨ, ਕਿਸ ਨੂੰ ਖੋਜਾਂ? ਕਹਿੰਦੇ ਆਵੈ ਨਾ ਜਾਏ ਮਰੈ ਨਾ ਜੀਵੇ, ਜਿਹੜਾ ਨਾ ਆਉਂਦਾ ਨਾ ਜਾਂਦਾ, ਨਾ ਮਰਦਾ ਹੈ ਤੇ ਨਾ ਜਿਉਂਦਾ। ਭਾਵ ਜਿਹੜਾ ਜੰਮਣ, ਮਰਨ, ਆਉਣ ਜਾਣ ਦੇ ਗੇੜ ਤੋਂ ਪਰੇ ਹੈ, ਉਹ ਪਰਮੇਸ਼ਰ ਜੋ ਸਦੀਵ ਕਾਲੀ ਸੱਚ ਹੈ, ਉਸ ਨੂੰ ਖੋਜ। ਵੈਰਾਗਵਾਨ ਹੋ ਕੇ ਉਸ ਨੂੰ ਖੋਜ, ਉਸ ਦੀ ਭਾਲ ਕਰ, ਉਸ ਨੂੰ ਆਪਣੇ ਵਜੂਦ ਵਿੱਚੋਂ ਤਲਾਸ਼, ਜਿਹੜਾ ਜੰਮਦਾ ਮਰਦਾ ਨਹੀਂ, ਆਉਂਦਾ ਜਾਂਦਾ ਨਹੀਂ, ਜਿਹੜਾ ਸਥਿਰ ਹੈ ਤੇ ਸਦੀਵ ਕਾਲ ਸੱਚ ਹੈ। ਫਿਰ ਫਰਮਾਉਂਦੇ ਨੇ ਨਿਵਰੈ ਦੂਰ, ਦੂਰ ਫੁਨ ਨਿਵਰੈ। ਨਿਵਰੈ ਦਾ ਮਤਲਬ ਹੈ ਨੇੜੇ। ਜਿਹੜੀ ਚੀਜ਼ ਨੇੜੇ ਸੀ ਉਹ ਦੂਰ ਹੋ ਜਾਂਦੀ ਹੈ, ਤੇ ਜਿਹੜੀ ਦੂਰ ਹੈ ਉਹ ਨੇੜੇ ਹੋ ਜਾਂਦੀ। ਨਿਵਰੈ ਦੂਰ, ਦੂਰ ਫੁਨ ਨਿਵਰੈ। ਨੇੜੇ ਕੀ ਸੀ? ਮਨ ਦੀ ਮੱਤ ਚੰਗੀ ਲੱਗਦੀ ਸੀ, ਬੁਰਾਈ ਨੇੜੇ ਸੀ, ਪਾਪ ਨੇੜੇ ਸੀ, ਮੰਦੀ ਵਾਸ਼ਨਾ ਨੇੜੇ ਸੀ, ਔਗਣ ਨੇੜੇ ਸਨ, ਉਹਨਾਂ ਨਾਲ ਹਿੱਤ ਸੀ, ਉਹਨਾਂ ਤੋਂ ਛੁਟਕਾਰਾ ਮਿਲ ਗਿਆ, ਹੁਣ ਦੂਰ ਹੋ ਗਏ। ਹਉਮੈ ਨੇੜੇ ਸੀ, ਉਹ ਦੂਰ ਹੋ ਗਈ, ਤੇ ਪਰਮੇਸ਼ਰ ਦਾ ਨਾਮ ਦੂਰ ਸੀ, ਉਹ ਨੇੜੇ ਹੋ ਗਿਆ। ਯਾਨੀ ਕਿ ਸਫ਼ਰ ਹੈ। ਮੰਨ ਲਓ ਆਪਾਂ ਘਰ ਤੋਂ ਤੁਰੇ ਹਾਂ ਨਾ, ਤੁਸੀਂ ਜਿੰਨੇ ਵੀ ਸਟੈਪ, ਜਿੰਨੇ ਵੀ ਕਦਮ ਸਤ ਸੰਗਤ ਗੁਰਦੁਆਰਾ ਸਾਹਿਬ ਵੱਲ ਨੂੰ ਪੁੱਟਦੇ ਗਏ, ਘਰ ਤੁਹਾਡਾ ਦੂਰ ਹੁੰਦਾ ਗਿਆ, ਉਹਨੇ ਕਦਮ ਤੁਸੀਂ ਘਰ ਤੋਂ ਦੂਰ ਹੁੰਦੇ ਗਏ। ਜਿੰਨਾ ਅਸੀਂ ਗੁਰਦੁਆਰੇ ਤੋਂ ਘਰ ਨੂੰ ਜਾਵਾਂਗੇ, ਜਿੰਨਾ ਤੁਸੀਂ ਇਧਰੋਂ ਸਫ਼ਰ ਤੈਅ ਕਰਦੇ ਜਾਓਗੇ, ਉਹਨਾਂ ਗੁਰਦੁਆਰਾ ਦੂਰ ਹੁੰਦਾ ਜਾਏਗਾ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਤੁਸੀਂ ਜਾਣਾ ਹੈ, ਤੇ ਇੱਕ ਪਾਸੇ ਨੂੰ ਤੁਹਾਡੀ ਦੂਰੀ ਵਧਣੀ ਹੈ ਤੇ ਦੂਜੇ ਪਾਸੇ ਨੂੰ ਨੇੜਤਾ ਵਧਣੀ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜੇ ਪਾਪ ਵੱਲ ਪਿੱਠ ਹੈ, ਪੁੰਨ, ਸਚਾਈ, ਧਰਮ, ਉੱਚੇ ਅਮਲ ਵਾਲੇ ਪਾਸੇ ਮੂੰਹ ਹੈ, ਤੇ ਸਫ਼ਰ ਤੁਹਾਡਾ ਉਧਰ ਨੂੰ ਹੋ ਰਿਹਾ ਹੈ, ਤੇ ਪਾਪ ਦੂਰ ਰਹਿ ਜਾਏਗਾ। ਤੁਸੀਂ ਉੱਥੋਂ ਬਹੁਤ, ਉਸ ਅਵਸਥਾ ਚੋਂ ਬਹੁਤ ਦੂਰ ਨਿਕਲ ਆਓ। ਤੇ ਜੇ ਮੁੱਖ ਪਾਪ ਵੱਲ ਹੈ, ਗੁਨਾਹੇ ਅਮਲ ਵੱਲ ਹੈ, ਫਿਤਨੇ ਵੱਲ ਹੈ, ਬੁਰਾਈ ਵੱਲ ਹੈ, ਨੈਗੇਟਿਵਿਟੀ ਵੱਲ ਹੈ, ਤੁਸੀਂ ਉਧਰ ਨੂੰ ਸਫ਼ਰ ਕਰ ਰਹੇ ਹੋ, ਤੇ ਧਰਮ ਬਹੁਤ ਦੂਰ ਰਹਿ ਜਾਏਗਾ, ਵਿਵੇਕ ਦੂਰ ਰਹਿ ਜਾਏਗਾ, ਸੱਚ ਦੂਰ ਰਹਿ ਜਾਏਗਾ। ਉਹ ਕਹਿੰਦੇ ਨੇ ਇੱਥੇ ਜਿਹੜੀ ਕਮਾਈ ਹੋ ਰਹੀ ਹੈ, ਕਬੀਰ ਜੀ ਇਸ ਸ਼ਬਦ ਵਿੱਚ ਜਿਹੜੀ ਦੱਸ ਰਹੇ ਨੇ, ਗੁਰੂ ਸ਼ਬਦ ਨਾਲ ਜਦੋਂ ਅਕਲ ਭਈ ਅਵਰੈ ਹੋ ਜਾਂਦੀ ਹੈ, ਕਹਿੰਦੇ ਜਿਹੜੀ ਚੀਜ਼ ਨੇੜੇ ਸੀ ਉਹ ਦੂਰ ਹੋ ਗਈ, ਜਿਹੜੀ ਦੂਰ ਸੀ, ਪਰਮੇਸ਼ਰ ਵਾਹਿਗੁਰੂ ਜੀ ਦਾ ਚੇਤਾ ਨਹੀਂ ਸੀ ਆਉਂਦਾ, ਉਹ ਨੇੜੇ ਹੋ ਗਏ। ਹੁਣ ਸਦਾ ਉਹਦਾ ਚੇਤਾ ਰਹੇ, ਹੁਣ ਸਦਾ ਉਹ ਖਿਆਲ ਵਿੱਚ ਹੈ। ਜਿਨ ਜੈਸਾ ਕਰ ਮਾਨਿਆ, ਇਹ ਉਹਦੇ ਨਾਲ ਵਾਪਰਦਾ ਹੈ। ਜਿਹੜੀ ਇਹ ਗੱਲ ਕਹੀ ਹੈ ਭਗਤ ਕਬੀਰ ਜੀ ਨੇ, ਕਹਿੰਦੇ ਉਹਦੇ ਨਾਲ ਵਾਪਰਦੀ ਹੈ। ਜਿਨ ਜੈਸਾ ਕਰ ਮਾਨਿਆ, ਜਿਨੇ ਜੈਸਾ ਹੈ ਉਹ ਵਾਹਿਗੁਰੂ, ਉਹੋ ਜਿਹਾ ਉਹਨੂੰ ਮੰਨ ਲਿਆ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀ। ਇਹਦਾ ਭਾਵ, ਉਪਮਾ ਦਾ ਮਤਲਬ ਹੁੰਦਾ ਹੈ ਕਿਸੇ ਇੱਕ ਚੀਜ਼ ਨੂੰ ਦੂਜੀ ਨਾਲ ਕੰਪੇਅਰ ਕਰ ਦਿਓ ਤੇ ਫਿਰ ਉਹਦੀ ਤਸ਼ਬੀਹ ਦੇ। ਉਪਮਾ ਦਾ ਮਤਲਬ ਤਸ਼ਬੀਹ ਦੇਣੀ। ਇੱਕ ਚੀਜ਼ ਨੂੰ ਦੂਜੀ ਨਾਲ ਕੰਪੇਅਰ ਕਰੋ ਤੇ ਫਿਰ ਉਹਦੀ ਵਡਿਆਈ ਕਰੋ। ਕਹਿੰਦੇ ਵਾਹਿਗੁਰੂ
ਜਿਹੋ ਜਿਹਾ ਤੂੰ ਹੈ ਨਾ, ਤੂੰ ਹੀ ਤੂੰ ਹੈ, ਤੇਰੇ ਵਰਗਾ ਹੋਰ ਕੋਈ ਹੋਈ ਨਹੀਂ। ਤੇਰੀ ਮੈਂ ਤਸ਼ਬੀਹ, ਤੈਨੂੰ ਕੰਪੇਅਰ ਕਿਹਦੇ ਨਾਲ ਕਰਾਂ, ਤੇਰੀ ਉਪਮਾ ਕਿਹਦੇ ਨਾਲ ਕਰਾਂ? ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਜਿਨ ਜੈਸਾ ਕਰਮਾਨਾ, ਕਹਿੰਦੇ ਜਿਸ ਨੇ ਵਾਹਿਗੁਰੂ ਨੂੰ ਸਾਖਿਆਤ ਉਹੋ ਜਿਹਾ ਹੀ ਮੰਨ ਲਿਆ, ਜਿਹੜਾ ਉਸ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਪਾਸੇ ਚੇਤੀ ਨਹੀਂ ਲਿਜਾਂਦਾ, ਜਿਸ ਨੂੰ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਮਹਿਸੂਸ ਹੀ ਨਹੀਂ ਹੁੰਦਾ ਵੀ ਉਹ ਆਪ ਹੀ ਆਪ ਵਰਤ ਰਿਹਾ, ਉਸ ਸੱਤਾ ਤੋਂ ਬਿਨਾਂ ਕੋਈ ਦੂਜੀ ਸੱਤਾ ਹੈ ਹੀ ਨਹੀਂ, ਉਹ ਆਪ ਹੀ ਆਪ ਹੈ। ਅਸਤੇਕ ਦਿਗਰ ਕੋਈ, ਏਕ ਤੁਈ ਏਕ ਤੁਈ। ਫਿਰ ਫਰਮਾਉਂਦੇ ਹਨ, ਅਲੌਤੀ ਕਾ ਜੈਸੇ ਭਇਆ ਬਰੇਡਾ। ਸੰਪਰਦਾਇ ਇਸ ਦਾ ਅਰਥ ਕਰਦੇ ਹਨ ਅਲੌਤੀ ਮਿਸ਼ਰੀ, ਬਰੇਡਾ ਮਤਲਬ ਸ਼ਰਬਤ, ਯਾਨੀ ਕਿ ਮਿੱਠਾ ਛਕਣਾ, ਜਿਹਨੂੰ ਬਾਣੀ 'ਚ ਕਿਹਾ ਨਾ ਗੂੰਗੇ ਕੀ ਮਠਿਆਈ। ਕਹਿੰਦੇ ਜਿਵੇਂ ਮਿਸ਼ਰੀ ਦਾ ਮਿੱਠਾ ਕੋਈ ਸ਼ਰਬਤ ਪੀਂਦਾ ਹੈ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਸੇਮ ਉਹ ਤਸ਼ਬੀਹ ਹੈ, ਜਿਨੇ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ। ਕਹਿੰਦੇ ਐਸੀ ਮਨੋ ਅਵਸਥਾ ਹੈ ਕਿ ਜਿਵੇਂ ਕੋਈ ਮਿਸ਼ਰੀ ਦਾ ਮਿੱਠਾ ਸ਼ਰਬਤ ਪੀ ਲੈਂਦਾ ਹੈ, ਤੇ ਜਿਹਨੇ ਪੀਤਾ ਹੈ ਸਵਾਦ ਤੇ ਉਹਨੂੰ ਹੀ ਹੈ ਨਾ, ਵੇਖਣ ਵਾਲੇ ਨੂੰ ਉਹ ਸਵਾਦ ਨਹੀਂ ਆ ਸਕਦਾ, ਟੇਸਟ ਨਹੀਂ ਆ ਸਕਦਾ, ਉਹ ਟੇਸਟ ਸਵਾਦ ਦੱਸਿਆ ਵੀ ਨਹੀਂ ਜਾ ਸਕਦਾ। ਜਿਹਨੇ ਪੀਤਾ ਉਹਨੇ ਜਾਣਿਆ ਵੀ ਇਹਦਾ ਆਨੰਦ, ਇਹਦਾ ਸਵਾਦ, ਇਹਦਾ ਟੇਸਟ ਕੀ। ਇਸੇ ਤਰ੍ਹਾਂ ਇਸ ਮਨੋ ਅਵਸਥਾ ਨੂੰ ਜਿਹੜਾ ਮਾਣਦਾ ਹੈ, ਕਬੀਰ ਜੀ ਮਹਾਰਾਜ ਕਹਿੰਦੇ ਉਹੀ ਇਹਦਾ ਅਸਲ ਸੱਚ ਜਾਣਦਾ ਹੈ, ਉਹੀ ਇਹਦਾ ਅਸਲ ਸਵਾਦ ਜਾਣਦਾ ਹੈ। ਜਿਨ ਚਾਖਿਆ ਤਿਨ ਆਇਆ ਸਵਾਦ। ਅਸੀਂ ਤੁਸੀਂ ਕੇਵਲ ਉਹਨੂੰ ਬੌਧਿਕ ਤੌਰ ਤੇ ਕੱਥਦੇ ਹਾਂ, ਜਿਸ ਦਿਨ ਮਾਣਾਂਗੇ ਉਹਦਾ ਅਸਲ ਸਵਾਦ ਉਸ ਦਿਨ ਆਏਗਾ। ਇਹ ਉਹ ਕੀ ਹੈ? ਤੋ ਗਰੀਬ ਨਵਾਜ ਅੱਗੇ ਫਰਮਾਉਂਦੇ ਨੇ, ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀ ਹੈ। ਨਿਰਗੁਣ ਦਾ ਅਰਥ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਰਹਿਤ ਹੈ, ਰਜੋ ਤਮੋ ਸਤੋ, ਤਿੰਨਾਂ ਗੁਣਾਂ ਤੋਂ ਮੁਕਤ। ਇਹ ਤਿੰਨੇ ਮਾਇਆ ਦੇ ਪ੍ਰਭਾਵ ਦੱਸੇ ਗਏ ਨੇ, ਰਾਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ। ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਉਹ ਵਾਹਿਗੁਰੂ ਜਿਹੜਾ ਮਾਇਆ ਦੇ ਭਾਵ ਪ੍ਰਕਿਰਤੀ ਵਿੱਚ, ਪ੍ਰਕਿਰਤੀ ਦਾ ਭਾਵ ਹੈ ਨੇਚਰ, ਕੁਦਰਤ, ਕੁਦਰਤ ਦਾ ਆਪਣਾ ਪ੍ਰਭਾਵ, ਇਫੈਕਟ ਹਰ ਚੀਜ਼ ਤੇ ਪੈਂਦਾ। ਜਿਹੜੀ ਚੀਜ਼ ਕੁਦਰਤ ਚੋਂ ਪੈਦਾ ਹੋਈ ਹੈ ਉਹਦੇ ਤੇ ਕੁਦਰਤ ਦਾ ਪ੍ਰਭਾਵ ਰਹਿੰਦਾ ਹੈ। ਉਹ ਪੈਦਾ ਹੁੰਦੀ ਹੈ, ਪ੍ਰਭਾਵ ਥੱਲੇ ਰਹਿੰਦੀ ਹੈ, ਮਰਦੀ ਹੈ, ਇਹ ਸਾਰਾ ਕੁਝ ਚੱਲਦਾ ਰਹਿੰਦਾ ਸਿਲਸਿਲਾ। ਪਰਮੇਸ਼ਰ ਦੀ ਹਸਤੀ ਗੁਰਬਾਣੀ ਕਹਿੰਦੀ ਹੈ ਕਿਉਂਕਿ ਕੁਦਰਤ ਚੋਂ ਪੈਦਾ ਨਹੀਂ ਹੋਈ, ਇਸ ਕਰਕੇ ਕੁਦਰਤ ਦੇ ਕਿਸੇ ਵੀ ਪ੍ਰਕਿਰਤੀ ਦਾ ਸੁਭਾਵਕ ਪ੍ਰਭਾਵ ਵੀ ਉਹਦੇ ਉੱਤੇ ਨਹੀਂ ਪੈਂਦਾ। ਉਹ ਇਸ ਪ੍ਰਭਾਵ ਤੋਂ ਪਰੇ ਤੇ ਮੁਕਤ ਰਹਿੰਦਾ। ਇਸ ਵਾਸਤੇ ਉਹਨੂੰ ਮਹਾਰਾਜ ਨੇ ਕਿਹਾ ਤੂੰ ਨਿਰਗੁਣ ਹੈ, ਤਿੰਨਾਂ ਗੁਣਾਂ ਤੋਂ ਪਰੇ। ਤੇਰੀ ਨਿਰਗੁਣ ਕਥਾ, ਕਥਾ ਦਾ ਮਤਲਬ ਹੈ ਵਿਆਖਿਆ, ਐਕਸਪਲੇਨੇਸ਼ਨ, ਗੱਲ ਕਹਿਣੀ। ਹੇ ਵਾਹਿਗੁਰੂ ਤੇਰੇ ਨਿਰਗੁਣ ਸਰੂਪ ਦੀ ਗੱਲ ਕੀ ਆਖਾਂ, ਉਹ ਬਿਆਨ ਕਥਨ ਤੋਂ ਪਰੇ ਹੈ। ਕਾਇਸ ਨੂੰ ਕਹੀ ਹੈ, ਕਿਸ ਨੂੰ ਜਾ ਕੇ ਦੱਸਾਂ। ਐਸਾ ਕੋਈ ਵਿਵੇਕੀ, ਕੋਈ ਵਿਰਲਾ ਹੀ ਐਸਾ ਵਿਚਾਰਵਾਨ ਵਿਵੇਕੀ ਹੈ, ਪਰਖ ਬੁੱਧ ਵਾਲਾ ਹੈ, ਜਿਹੜਾ ਇਸ ਮਨੋ ਅਵਸਥਾ ਨੂੰ ਸਮਝਦਾ ਹੈ। ਵਰਨਾ ਇਸ ਨੂੰ ਹੂ ਬਹੂ ਮੈਂ ਹੋਰ ਕਿਸੇ ਨੂੰ ਕੱਥ ਕੇ ਨਹੀਂ ਦੱਸ ਸਕਦਾ। ਇਹ ਤਾਂ ਜਿਸ ਨੇ ਜਿਨ ਪੀਆ ਤਿਨ ਜਾਣਿਆ। ਤੋ ਜਿਹੜਾ ਉਸ ਅਵਸਥਾ ਨੂੰ ਜਾਣਦਾ ਉਹਨੂੰ ਤਾਂ ਕਿਸੇ ਸੈਨਤ ਨਾਲ ਸਮਝਾ ਲਈਏ, ਉਹਨੂੰ ਸੌਖੀ ਸਮਝ ਆਏਗੀ। ਦੂਜੇ ਨੂੰ ਮੈਂ ਹੂ ਬਹੂ ਕਿਵੇਂ ਸਮਝਾਵਾਂ। ਫਿਰ ਫਰਮਾਉਂਦੇ ਨੇ, ਕਹੋ ਕਬੀਰ ਜਿਨ ਦੀਆ ਪਲੀਤਾ। ਪਲੀਤਾ ਦਾ ਮਤਲਬ ਹੁੰਦਾ ਹੈ, ਜਿਸ ਨੂੰ ਬਾਣੀ 'ਚ ਕਿਹਾ ਪ੍ਰੇਮ ਪਲੀਤਾ ਸੁਰਤ ਹਵਾਈ। ਜਿਵੇਂ ਆਤਿਸ਼ਬਾਜ਼ੀ ਹੁੰਦੀ ਹੈ ਨਾ, ਤੇ ਉਹਦਾ ਇੱਕ ਪਲੀਤਾ ਹੈ, ਤੇ ਉਹਨੂੰ ਅੱਗ ਥੋੜੀ ਜਿਹੀ, ਪਲੀਤੇ ਨੂੰ ਅੱਗ ਛੁਵਾਓਗੇ ਤੇ ਉਹ ਆਤਿਸ਼ਬਾਜ਼ੀ ਫੇਰ ਹੀ ਫੁੱਟੇਗੀ, ਫੇਰ ਹੀ ਚੱਲੇਗੀ। ਇਹਦਾ ਮਤਲਬ ਹੁੰਦਾ ਹੈ ਪ੍ਰੇਮ ਦੀ ਕਣੀ। ਪਲੀਤਾ ਦਾ ਮਤਲਬ ਹੈ ਅੰਦਰ ਪ੍ਰੇਮ ਦੀ ਕਣੀ ਹੋਣੀ। ਕਹਿੰਦੇ ਕਹੋ ਕਬੀਰ ਜਿਨ ਦੀਆ ਪਲੀਤਾ। ਸ਼ਬਦ ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਨੇ ਥੋੜੀ ਜਿਹੀ ਕਠਿਨ ਸ਼ਬਦਾਵਲੀ 'ਚ, ਆਮ ਤੌਰ ਤੇ ਤਾਂ ਆਪਾਂ ਇਹਨਾਂ ਦਾ ਪਾਠ ਵੀ ਨਹੀਂ ਕਰਦੇ। ਇਸ ਕਰਕੇ ਸਾਡੀ ਜਿਹੜੀ ਸੁਰਤ ਹੈ
ਉਹ ਇਹਨਾਂ ਕਠਿਨ ਸ਼ਬਦਾਂ ਨੂੰ ਛੇਤੀ ਪਕੜ ਵਿੱਚ ਨਹੀਂ ਲਿਆਉਂਦੀ, ਕਿਉਂਕਿ ਇਹਨਾਂ ਦਾ ਅਭਿਆਸ ਸਾਡਾ ਪੜ੍ਹਨ ਦਾ ਵੀ ਘੱਟ ਹੈ ਤੇ ਇਹਨਾਂ ਦੇ ਅਰਥ ਪੜ੍ਹਨ ਦਾ ਤਾਂ ਬਿਲਕੁਲ ਹੀ ਘੱਟ ਹੈ। ਇਸ ਕਰਕੇ ਕਈ ਵਾਰ ਸਾਡੇ ਕਥਨ 'ਚ ਵੀ ਉਗੜ ਦੁਗੜ ਹੁੰਦਾ ਹੈ ਤੇ ਸੁਣਨ ਵਿੱਚ ਵੀ ਸਾਨੂੰ ਕਠਿਨਾਈ ਹੁੰਦੀ। ਫਿਰ ਵੀ ਸਮਝੀਏ, ਕਉ ਕਬੀਰ ਜਿਨ ਦੀਆ ਪਲੀਤਾ, ਹੇ ਕਬੀਰ ਆਖ ਜਿਨੇ ਅੰਦਰ ਪ੍ਰੇਮ ਦੀ ਕੋਈ ਕਣੀ ਵਸਾਈ ਹੈ, ਪ੍ਰੇਮ ਦਾ ਕੋਈ ਖਿਆਲ ਜਿਹਨੇ ਆਪਣੇ ਅੰਦਰ ਪੈਦਾ ਕੀਤਾ ਹੈ, ਜਿਹਨੇ ਸਟਾਰਟਿੰਗ ਕੀਤੀ। ਪ੍ਰੇਮ ਹੀ ਸਟਾਰਟਿੰਗ ਹੈ ਤੇ ਪ੍ਰੇਮ ਹੀ ਅਖੀਰ ਹੈ। ਪਹਿਲਾ ਕਦਮ ਪੁੱਟਦੇ ਹੋ ਤੇ ਅਗਲੇ ਕਦਮਾਂ ਦਾ ਰਾਹ ਬਣਦਾ ਹੈ, ਤੇ ਫਿਰ ਉਹਨੂੰ ਆਪਾਂ ਕਹਿੰਦੇ ਬੰਦਾ ਸਫ਼ਰ 'ਚ ਹੈ। ਤੇ ਸਫ਼ਰ ਦਾ ਵੀ ਆਪਣਾ ਇੱਕ ਸਵਾਦ ਹੈ, ਕਿਉਂਕਿ ਸਾਹਮਣੇ ਮੰਜ਼ਿਲ ਦੀ ਬੰਦਾ ਤੁਰਿਆ ਹੀ ਜਾਂਦਾ ਹੈ ਮੰਜ਼ਿਲ ਵੱਲ। ਤੇ ਪਹਿਲਾ ਕਦਮ ਦੂਜੇ ਕਦਮ ਦਾ ਬੇਸ ਬਣੇਗਾ, ਦੂਜਾ ਤੀਜੇ ਦਾ, ਤੀਜਾ ਚੌਥੇ ਦਾ, ਇਸ ਤਰ੍ਹਾਂ ਹੀ ਸਫ਼ਰ ਹੋਏਗਾ ਨਾ। ਹੁਣ ਬੰਦਾ ਆ ਕੇ ਮੈਂ ਪਹਿਲਾ ਕਦਮ ਨਹੀਂ ਪੁੱਟਣਾ ਪਰ ਮੈਂ ਸਫ਼ਰ ਵੀ ਕਰਨਾ, ਤੇ ਕਿਵੇਂ ਪੋਸੀਬਲ ਹੈ, ਕਿਵੇਂ ਸੰਭਵ ਹੈ? ਹੋ ਹੀ ਨਹੀਂ ਸਕਦਾ। ਪ੍ਰੇਮ ਨੂੰ ਮੰਨਣਾ ਤੇ ਪ੍ਰੇਮ ਦੀ ਕਣੀ, ਪ੍ਰੇਮ ਦਾ ਅੰਸ਼, ਪ੍ਰੇਮ ਦਾ ਜਜ਼ਬਾ, ਪ੍ਰੇਮ ਦੀ ਭਾਵਨਾ ਆਪਣੇ ਹਿਰਦੇ ਵਿੱਚ ਉਸ ਮਾਲਕ ਪ੍ਰਤੀ ਰੱਖਣੀ ਪਏਗੀ। ਕਹੋ ਕਬੀਰ ਜਿਨ ਦੀਆ ਪਲੀਤ, ਤਿੰਨ ਤੈਸੀ ਝੱਲ ਦੇਖੀ। ਉਸਨੇ ਉਸ ਵਾਹਿਗੁਰੂ ਦੀ ਉਹ ਜੀ ਆਭਾ ਮਾਣੀ ਹੈ ਜਿੰਨਾ ਉਸਨੇ ਆਪਣੇ ਅੰਦਰ ਪ੍ਰੇਮ ਰੱਖਿਆ, ਜਿੰਨਾ ਉਹਨੇ ਸਮਰਪਣ ਭਾਵ ਰੱਖਿਆ। ਪ੍ਰੇਮ ਦਾ ਅਰਥ ਹੈ ਸਮਰਪਿਤ ਹੋਣਾ, ਫਿਦਾ ਹੋਣਾ, ਕੁਰਬਾਨ ਹੋਣਾ, ਸਦਕੇ ਜਾਣਾ, ਆਪਣਾ ਆਪ ਉਹਦੇ ਰਾਹ 'ਚ ਵਿਛਾ ਦੇਣਾ ਤੇ ਮਿਟਾ ਦੇਣਾ। ਉਸ ਵਾਹਿਗੁਰੂ ਨੂੰ ਉਹਨਾਂ ਨੇੜੇ ਜਾਣਦਾ, ਉਹਦੀ ਮਹਾਨ ਆਭਾ ਨੂੰ ਉਹਨਾਂ ਸਮਝਦਾ ਹੈ। ਗਰੀਬ ਨਵਾਜ਼ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦਿਆਂ 'ਚ ਵਸੇ, ਭੁੱਲ ਚੁੱਕ ਦੀ ਖਿਮਾ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।